Good morning, students. Due to COVID third variant, we are here again for the online classes. Let's start with the class 12th accounts chapter NPO, that is non-profit organization. NPO is a non-profit organization. ਇਹਦੇ ਵਿੱਚ ਕੀ ਹੈ ਕਿ ਬੱਚਿਆਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਇਹ ਜਿਹੀਆਂ ਆਰਗੇਨਾਈਜੇਸ਼ਨ ਹੁੰਦੀ ਹੈ ਜਿਹਦਾ ਪਰਪਸ ਸਿਰਫ ਔਰ ਸਿਰਫ ਸਰਵਿਸ ਮੋਟਿਵ ਹੁੰਦਾ ਹੈ, ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ. ਦ ਪਰਪਸ ਆਫ NPO ਇਜ਼ ਟੂ ਅਰਨ not to earn profit, only the service motive. For example, ਜਿਵੇਂ ਆਪਣੇ ਮੰਦਿਰ ਹੈ, ਗੁਰਦੁਆਰੇ ਹੈ, ਕਲੱਬ, ਸਕੂਲਸ, ਹਸਪੀਟਲ, ਇਹਨਾਂ ਦਾ ਪਰਪਸ ਕੀ ਹੁੰਦਾ ਹੈ? ਸਿਰਫ ਔਰ ਸਿਰਫ ਸੋਸ਼ਲ ਸਰਵਿਸ ਪ੍ਰੋਵਾਈਡ ਕਰਨਾ ਹੁੰਦਾ ਹੈ, ਕੋਈ ਪ੍ਰੋਫਿਟ ਅਰਨ ਕਰਨਾ ਨਹੀਂ ਹੁੰਦਾ. ਐਂਡ ਮੋਟਿਵ ਇਹਦਾ ਪ੍ਰੋਫਿਟ ਅਰਨ ਕਰਨਾ ਨਾਲ ਦੇ ਨਾਲ ਕੀ ਹੈ? ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਹੋ ਗਿਆ ਜਿਵੇਂ, ਜਾਂ ਕਿਸੇ ਕਲਚਰਲ, ਆਰਟ ਜਾਂ ਸੋਸ਼ਲ ਰਿਲੀਜੀਅਸ ਐਕਟੀਵਿਟੀਜ਼ ਨੂੰ ਪ੍ਰਮੋਟ ਕਰਨਾ NPO ਦਾ ਮੇਨ ਪਰਪਸ ਹੈ. ਹੁਣ NPO ਅਗਰ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ, ਇਹਦਾ ਪਰਪਸ ਅਗਰ ਪ੍ਰੋਫਿਟ ਅਰਨ ਕਰਨਾ ਨਹੀਂ ਹੈ ਤਾਂ ਇਹਦੀ ਇਨਕਮ ਕਿੱਥੋਂ ਆਏਗੀ? ਇਨਕਮ ਦੇ ਸੋਰਸ ਇਹਦੇ ਹੋ ਸਕਦੇ ਹੈ. ਇਹਦੇ ਇਨਕਮ ਦੇ ਸੋਰਸ ਜਿਵੇਂ ਕਿਸੇ ਨੇ ਡੋਨੇਸ਼ਨ ਕਰਤਾ ਆਰਗੇਨਾਈਜੇਸ਼ਨ ਨੂੰ, ਜਾਂ ਫਿਰ ਕੋਈ ਗਵਰਨਮੈਂਟ ਏਡ ਕਰ ਦਿੰਦੀ ਹੈ, ਜਾਂ ਇਹਦੇ ਜਿਹੜੇ ਮੈਂਬਰਸ ਨੇ ਉਹ ਪਰਟੀਕੂਲਰ ਟਾਈਮ ਪੀਰੀਅਡ ਦੇ ਬਾਅਦ ਕੁਝ ਫੀਸ ਦਿੰਦੇ ਹੁੰਦੇ ਆ ਇਹਨਾਂ ਆਰਗੇਨਾਈਜੇਸ਼ਨ ਨੂੰ, ਉਹਨੂੰ ਕਹਿੰਦੇ ਆ ਸਬਸਕ੍ਰਿਪਸ਼ਨ. ਤਾਂ ਸਬਸਕ੍ਰਿਪਸ਼ਨ ਵੀ ਇਹਦੀ ਇਨਕਮ ਦਾ ਇੱਕ ਬਹੁਤ ਹੀ ਵਧੀਆ ਸੋਰਸ ਹੈ. ਇਹਦੇ ਵਿੱਚ ਹੁਣ ਕਿਹੜੇ ਅਕਾਊਂਟਸ ਪ੍ਰੀਪੇਅਰ ਕੀਤੇ ਜਾਂਦੇ ਹੁੰਦੇ ਆ? NPO ਦੇ ਲਈ ਮੇਨਲੀ 3 ਤਰ੍ਹਾਂ ਦੇ ਅਕਾਊਂਟਸ ਪ੍ਰੀਪੇਅਰ ਹੁੰਦੇ ਆ: ਰਿਸਿਟ ਐਂਡ ਪੇਮੈਂਟ ਅਕਾਊਂਟ, ਇਨਕਮ ਐਕਸਪੈਂਡੀਚਰ ਅਕਾਊਂਟ ਤੇ ਬੈਲੈਂਸ ਸ਼ੀਟ. ਠੀਕ ਹੈ, ਰਿਸਿਟ ਐਂਡ ਪੇਮੈਂਟ ਅਕਾਊਂਟ ਕੀ ਹੈ? ਰਿਸਿਟ ਐਂਡ ਪੇਮੈਂਟ ਇੱਕ ਰੀਅਲ ਅਕਾਊਂਟ ਹੈ. ਇਹਦੇ ਵਿੱਚ ਕੀ ਹੁੰਦਾ ਹੈ? 2 ਸਾਈਡਸ ਹੁੰਦੀਆਂ, ਡੈਬਿਟ ਸਾਈਡ ਤੇ ਕ੍ਰੈਡਿਟ ਸਾਈਡ, ਐਜ਼ ਲਾਈਕ ਅਦਰ ਅਕਾਊਂਟਸ. ਡੈਬਿਟ ਸਾਈਡ ਦੇ ਵਿੱਚ ਕੀ ਹੈ? ਜਿੰਨੀਆਂ ਵੀ ਰਿਸਿਪਟ ਆਪਾਂ ਨੂੰ ਹੋਈਆਂ, ਮਤਲਬ ਜੋ ਵੀ ਆਰਗੇਨਾਈਜੇਸ਼ਨ ਪੈਸਾ ਰਿਸੀਵ ਕਰੇਗੀ ਉਹ ਡੈਬਿਟ ਸਾਈਡ 'ਤੇ ਲਿਖਾਂਗੇ, ਔਰ ਜਿਹੜਾ ਵੀ ਪੇ ਕਰੇਗੀ ਉਹ ਆਪਾਂ ਉਹਨੂੰ ਕ੍ਰੈਡਿਟ ਸਾਈਡ 'ਤੇ ਲਿਖਾਂਗੇ. ਅਤੇ ਰਿਸਿਟ ਐਂਡ ਪੇਮੈਂਟ ਅਕਾਊਂਟ ਦੀਆਂ ਫੀਚਰਸ ਕੀ ਨੇ? ਇਹ ਇੱਕ ਰੀਅਲ ਅਕਾਊਂਟ ਹੈ, ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਡੈਬਿਟ ਸਾਈਡ 'ਤੇ ਇਹਦੀਆਂ ਰਿਕਾਰਡਿੰਗ ਹੁੰਦੀਆਂ, ਰਿਸੀਵ ਜੋ ਹੋਇਆ ਉਹ ਰਿਕਾਰਡ ਹੋਏਗਾ, ਔਰ ਕ੍ਰੈਡਿਟ ਸਾਈਡ 'ਤੇ ਜੋ ਪੇਮੈਂਟ ਕੀਤੀ ਆਰਗੇਨਾਈਜੇਸ਼ਨ ਨੇ ਉਹ ਰਿਕਾਰਡ ਹੋਏਗਾ. ਇਹਦਾ ਓਪਨਿੰਗ ਬੈਲੈਂਸ ਜੋ ਹੈ ਉਹ ਕੈਸ਼ ਇਨ ਹੈਂਡ ਅਤੇ ਕੈਸ਼ ਐਂਡ ਬੈਂਕ ਦੇ ਨਾਲ ਸਟਾਰਟ ਹੋਏਗਾ. ਔਰ ਇਹਦੀ ਮੇਨ ਖਾਸੀਅਤ ਇਹ ਹੈ ਵੀ ਇਹਦੇ ਵਿੱਚ ਕੈਪੀਟਲ ਅਤੇ ਰੈਵਨਿਊ ਦੋਨੋਂ ਤਰ੍ਹਾਂ ਦੇ ਹੀ ਆਈਟਮ ਰਿਕਾਰਡ ਹੋਣਗੀਆਂ. ਮੀਨਸ ਅਗਰ ਆਪਾਂ ਨੂੰ ਕੋਈ ਕੈਪੀਟਲ ਰਿਸੀਵ ਹੋਈ ਹੈ ਉਹ ਵੀ ਇਹਦੇ ਵਿੱਚ ਰਿਕਾਰਡ ਹੋਏਗੀ, ਕੋਈ ਆਪਾਂ ਪਰਟੀਕੂਲਰ ਐਸੈਟ ਵੇਚੀ ਹੈ ਉਹਦੇ ਨਾਲ ਅਗਰ ਆਪਾਂ ਨੂੰ ਕੋਈ ਇਨਕਮ ਰਿਸੀਵ ਹੋਈ ਹੈ ਉਹ ਵੀ ਇਹਦੇ 'ਚ ਰਿਸੀਵ ਹੋਏ ਲਿਖਾਂਗੇ, ਆਪਾਂ ਰਿਕਾਰਡ ਕਰਾਂਗੇ. ਔਰ ਰੈਵਨਿਊ ਨੇਚਰ ਦੀਆਂ ਜਿਵੇਂ ਕਿ ਸਬਸਕ੍ਰਿਪਸ਼ਨ ਮਿਲਿਆ ਉਹ ਵੀ ਇਹਦੇ 'ਚ ਰਿਕਾਰਡ ਕਰਾਂਗੇ. ਤਾਂ ਇਹਦੇ ਵਿੱਚ ਕੈਪੀਟਲ ਅਤੇ ਰੈਵਨਿਊ ਦੋਨੋਂ ਤਰ੍ਹਾਂ ਦੇ ਅਕਾਊਂਟਸ ਹੀ, ਦੋਨੋਂ ਤਰ੍ਹਾਂ ਦੀ ਆਈਟਮ ਹੀ ਲਿਖੀਆਂ ਜਾਣਗੀਆਂ. ਔਰ ਨੋਨ ਕੈਸ਼ ਆਈਟਮ ਹੈ ਜਿਵੇਂ ਆਪਣਾ ਡੈਪਰੀਸੀਏਸ਼ਨ ਹੋ ਗਿਆ, ਇਹ ਆਈਟਮ ਇਹਦੇ ਵਿੱਚ ਨਹੀਂ ਲਿਖਿਆ ਜਾਏਗਾ. ਠੀਕ ਹੈ, ਓਨਲੀ ਕੈਸ਼ ਆਈਟਮ ਨਾਲ ਰਿਲੇਟਡ ਹੈ. ਕੈਸ਼ ਆਈ ਤਾਂ ਡੈਬਿਟ ਸਾਈਡ 'ਤੇ, ਕੈਸ਼ ਗਈ ਤਾਂ ਕ੍ਰੈਡਿਟ ਸਾਈਡ 'ਤੇ ਲਿਖਿਆ ਜਾਏਗਾ. ਠੀਕ ਹੈ, ਸੈਕਿੰਡ ਇਹਦੇ ਵਿੱਚ ਆਪਾਂ ਅਕਾਊਂਟਸ ਬਣਾਉਂਦੇ ਹਾਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ. ਇਨਕਮ ਐਕਸਪੈਂਡੀਚਰ ਅਕਾਊਂਟ ਇੱਕ ਨੋਮੀਨਲ ਨੇਚਰ ਦਾ ਅਕਾਊਂਟ ਹੈ, ਔਰ ਨੋਮੀਨਲ ਨੇਚਰ ਦਾ ਤੁਹਾਨੂੰ ਰੂਲ ਪਤਾ ਹੀ ਹੈ ਕਿ ਨੋਮੀਨਲ ਦੇ ਵਿੱਚ ਆਪਾਂ ਡੈਬਿਟ ਸਾਈਡ 'ਤੇ ਸਾਰੇ ਖਰਚੇ ਲਿਖਦੇ ਹਾਂ, ਕ੍ਰੈਡਿਟ ਸਾਈਡ 'ਤੇ ਸਾਰੀਆਂ ਇਨਕਮਸ ਲਿਖੀਆਂ ਜਾਂਦੀਆਂ. ਅਤੇ ਇਹਦੀਆਂ ਫੀਚਰਸ ਕੀ ਨੇ? ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਜਿਹੜਾ ਹੈ ਨੋਮੀਨਲ ਅਕਾਊਂਟ ਹੈ. ਇਹਦੇ ਡੈਬਿਟ ਸਾਈਡ 'ਤੇ ਜਿੰਨੇ ਵੀ ਆਰਗੇਨਾਈਜੇਸ਼ਨ ਦੇ NPO ਦੇ ਜਿੰਨੇ ਵੀ ਖਰਚੇ ਹੋਏ ਹੈ, ਜਿਹੜੇ ਲੋਸਿਸ ਹੋਏ ਹੈ, ਉਹ ਸਾਰੇ ਇਹਦੇ ਵਿੱਚ ਲਿਖੇ ਜਾਣਗੇ. ਕ੍ਰੈਡਿਟ ਸਾਈਡ 'ਤੇ ਜਿਹੜੀਆਂ ਇਨਕਮਸ ਜਾਂ ਗੇਨ ਹੋਏ ਹੈ NPO ਨੂੰ ਉਹ ਲਿਖਿਆ ਜਾਏਗਾ. ਇਹਦੇ ਵਿੱਚ ਕੋਈ ਵੀ ਕੈਪੀਟਲ ਨੇਚਰ ਦੀ ਆਈਟਮ ਨਹੀਂ ਲਿਖੀ ਜਾਏਗੀ, ਮੀਨਸ ਕੋਈ ਐਸੈਟ ਪਰਚੇਜ਼ ਕਰਦੇ ਹਾਂ ਉਹ ਇਹਦੇ ਵਿੱਚ ਨਹੀਂ, ਇਵਨ ਬੈਲੈਂਸ ਸ਼ੀਟ ਵਿੱਚ ਲਿਖੀ ਜਾਏਗੀ. ਤਾਂ ਇਹਦੇ ਵਿੱਚ ਸਿਰਫ ਔਰ ਸਿਰਫ ਰੈਵਨਿਊ ਨੇਚਰ ਦੀਆਂ ਆਈਟਮ, ਰੈਵਨਿਊ ਨੇਚਰ ਦੇ ਐਕਸਪੈਂਸ, ਰੈਵਨਿਊ ਐਕਸਪੈਂਡੀਚਰ, ਰੈਵਨਿਊ ਇਨਕਮਸ ਲਿਖੀਆਂ ਜਾਣਗੀਆਂ. ਇਹ ਬਿਲਕੁਲ ਉਵੇਂ ਬਣਦਾ ਜਿਵੇਂ ਆਪਾਂ +1 ਦੇ ਵਿੱਚ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਇਆ ਸੀ. ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਤਰ੍ਹਾਂ ਹੀ ਬਣਦਾ ਹੁੰਦਾ ਹੈ. ਇਹਦੇ ਵਿੱਚ ਵੀ ਉਵੇਂ ਹੀ ਆਪਾਂ ਇਨਕਮ ਐਕਸਪੈਂਡੀ, ਜਿਵੇਂ ਆਪਾਂ ਪ੍ਰੋਫਿਟ ਐਂਡ ਲਾਸ ਵਿੱਚ ਪ੍ਰੋਫਿਟ ਅਤੇ ਲਾਸ ਨਿਕਾਲਦੇ ਹਾਂ, ਇਹਦੇ ਵਿੱਚ ਵੀ ਉਵੇਂ ਸਰਪਲਸ ਅਤੇ ਡੈਫੀਸ਼ੀਟ ਨਿਕਾਲਿਆ ਜਾਂਦਾ ਹੁੰਦਾ ਹੈ. ਜਦੋਂ ਆਪਣੀ ਇਨਕਮ ਸਾਈਡ ਜਿਹੜੀ ਹੈ ਉਹ ਜ਼ਿਆਦਾ ਹੋ ਜਾਏ ਅਤੇ ਐਕਸਪੈਂਡੀਚਰ ਘੱਟ ਹੋ ਜਾਣ ਤਾਂ ਆਰਗੇਨਾਈਜੇਸ਼ਨ ਨੂੰ ਸਰਪਲਸ ਹੋਏਗਾ. ਜਦੋਂ ਖਰਚੇ ਜ਼ਿਆਦਾ ਹੋ ਜਾਣ ਅਤੇ ਇਨਕਮ ਘੱਟ ਹੋਵੇ ਉਦੋਂ ਆਪਾਂ ਇਹਨੂੰ ਡੈਫੀਸ਼ੀਟ ਕਵਾਂਗੇ. ਪ੍ਰੋਫਿਟ ਐਂਡ ਲਾਸ ਵਰਡ ਨਹੀਂ ਯੂਜ਼ ਕਰਾਂਗੇ, ਸਰਪਲਸ ਅਤੇ ਡੈਫੀਸ਼ੀਟ ਯੂਜ਼ ਕਰਾਂਗੇ. ਠੀਕ ਹੈ, ਇਹਦਾ ਨੈਕਸਟ ਪਾਰਟ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ.